ਦੀਪ ਸਿੱਧੂ ਮੁੜ ਕੁਦਰਤ 'ਚ ਵਿਲੀਨ ਹੋ ਗਏ ਨੇ। ਬਹੁਤ ਸਾਰੇ ਸੱਜਣ ਪਹੁੰਚੇ ਸੀਗੇ ਉਹਨਾਂ ਨੂੰ ਵਧਾਈ ਦੇਣ ਲਈ। ਸਾਡੇ ਨਾਲ ਪ੍ਰੋਫੈਸਰ ਘੱਗਾ ਨੇ, ਗਿੱਲ ਬਾਈ ਹੋਣੀ ਵੀ ਨੇ, ਹਰਜਿੰਦਰ ਬਾਈ ਵੀ ਨੇ। ਘੱਗੇ ਬਾਈ, ਜਦੋਂ ਆਪਾਂ ਅਖੀਰ ਗੱਲ ਕਰਦੇ ਸੀ ਤੁਸੀਂ ਕਹਿੰਦੇ ਸੀਗੇ ਕਿ ਸਾਡੇ ਵਿਚਾਰਕ ਤੌਰ 'ਤੇ ਮਤਭੇਦ ਨੇ, ਉਹ ਉਵੇਂ ਦੇ ਉਵੇਂ ਰਹਿ ਗਏ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪਿਛਲੇ ਦਿਨੀ ਸਾਡੇ ਇੱਕ ਸੱਜਣ ਨੇ, ਮੈਂ ਕੈਮਰੇ 'ਤੇ ਚਲੋ ਉਹਨਾਂ ਦਾ ਨਾਂ ਨਹੀਂ ਨਸ਼ਰ ਕਰ ਸਕਦਾ, ਅਤੇ ਪਿਛਲੇ ਸਮਿਆਂ ਦੇ ਵਿੱਚ 3-4 ਮਹੀਨਿਆਂ ਦੇ ਦੌਰਾਨ ਹੀ ਸਾਨੂੰ ਕੁਛ 1-2 ਵਾਰ ਇਕੱਠੇ ਬੈਠਣ ਦਾ ਮੌਕਾ ਮਿਲਿਆ। ਉਹਦੇ ਵਿੱਚ ਉਹ ਮਤਲਬ ਚੀਜ਼ਾਂ ਜਿਹੜੀਆਂ ਨੇ ਸਿਧਾਂਤ ਦੇ ਮਾਮਲੇ ਦੇ ਵਿੱਚ, ਜਿਹਨੂੰ ਕਹਿ ਲਓ ਤੁਸੀਂ ਫਲਸਫੇ ਦੇ ਮਾਮਲੇ ਦੇ ਵਿੱਚ, ਪੰਜਾਬ ਦੀ ਖੁਦਮੁਖਤਿਆਰੀ ਦਾ ਮਸਲਾ, ਪੰਜਾਬ ਦੇ ਬਣਦੇ ਹੱਕ ਨੇ ਜਿਹੜੇ ਹੈ ਨਾ, ਉਹਦੀ ਜਿਹੜੀ ਸਾਰੀ ਗੱਲ ਹੈ, ਪੰਜਾਬ ਦੇ ਮੁੱਦੇ ਅਤੇ ਮਸਲੇ ਆ, ਪੰਜਾਬ ਦੀ ਖੁਦਮੁਖਤਿਆਰੀ ਦਾ ਸਾਫ ਸਵਾਲ ਆ, ਸੰਘੀ ਢਾਂਚੇ ਦੀ ਗੱਲ ਜਿਹੜੀ ਮੈਂ ਵੀ ਕਰਦਾ ਹੁੰਦਾ, ਦੀਪ ਸਿੱਧੂ ਨੇ ਵੀ ਕਰਦੇ, ਬਹੁਤ ਸਾਰੇ ਲੋਕ ਪੰਜਾਬ 'ਚ ਕਰਦੇ ਆ। ਅਸੀਂ ਸਾਡੇ ਇਸ ਮਾਮਲੇ 'ਚ ਸਾਡਾ ਕੋਈ ਵਖਰੇਵਾਂ ਨਹੀਂ ਸੀਗਾ। ਮੈਂ ਤੁਹਾਨੂੰ ਪਿਛਲਾ ਸਮਾਂ ਜਦੋਂ ਆਪਾਂ ਅੰਦੋਲਨ ਦੇ ਫਤਿਹ ਹੋਣ ਤੋਂ ਜਿਹੜੇ ਅਗਲੇ ਕੁਛ ਦਿਨ ਆਪਾਂ ਉੱਥੇ ਰਹੇ ਸੀਗੇ, ਖਾਲਸਾ ਫਤਿਹ ਮਾਰਚ ਤੁਰਨ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਤੁਹਾਡੇ ਚੈਨਲ ਦੇ ਉੱਤੇ, ਅਤੇ ਉਹ ਮਤਭੇਦ ਸੰਘਰਸ਼ ਲੜਨ ਦੇ ਸਿਧਾਂਤਕ ਮਤਭੇਦ ਨਹੀਂ ਸੀਗੇ, ਸੰਘਰਸ਼ ਲੜਨ ਦੇ ਢੰਗ ਤਰੀਕਿਆਂ ਨੂੰ ਲੈ ਕੇ ਸੀਗੇ। ਅਤੇ ਪਿਛਲਾ ਸਮਾਂ ਜਦੋਂ ਅਸੀਂ ਉੱਥੇ ਬੈਠੇ, ਅਸੀਂ ਸਪੈਸੀਫਿਕਲੀ ਇਹਨਾਂ ਮਸਲਿਆਂ ਨੂੰ ਲੈ ਕੇ ਨਹੀਂ ਸੀ ਬੈਠੇ ਮਿੱਥ ਕੇ ਵੀ ਕਿ ਉਹ ਕਿੱਦਾਂ ਸੋਚਦੇ ਆ, ਲੜਾਈ ਨੂੰ ਅਸੀਂ ਕਿੱਦਾਂ ਸੋਚਦੇ ਹਾਂ। ਪਰ ਜਦੋਂ ਤੁਸੀਂ ਸੋਚ ਰਹੇ ਹੁੰਦੇ ਹੋ, ਉਦੋਂ ਚੀਜ਼ਾਂ ਆਪਣੇ ਆਪ ਹੀ ਉਹਦੇ ਆਲੇ ਦੁਆਲੇ ਮਤਲਬ ਜਿਹੜੀਆਂ ਪੋਲਰਾਈਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ, ਗੱਲਬਾਤ ਹੋਣ ਲੱਗ ਜਾਂਦੀ ਉੱਦਾਂ ਦੀ। ਅਤੇ ਜਿਹੜੀ ਮੈਂ ਗੱਲ ਜਿੱਥੋਂ ਮੈਂ ਸ਼ੁਰੂ ਕੀਤੀ ਹੈ, ਪਿਛਲੇ ਦਿਨੀ ਇੱਕ ਸੱਜਣ ਨੇ ਜਿਹੜੇ ਮੇਰੇ ਵੀ ਬਹੁਤ ਕਲੋਜ਼ ਆ ਅਤੇ ਦੀਪ ਸਿੱਧੂ ਹੁਣਾਂ ਦੇ ਵੀ ਬਹੁਤ ਕਲੋਜ਼ ਆ, ਅਤੇ ਉਹਨਾਂ ਨੇ ਇਹ ਗੱਲ ਕਹੀ, ਸਗੋਂ ਮੈਨੂੰ ਕਹਿੰਦੇ ਵੀ ਦੀਪ ਹੁਣੀ ਜੋ ਸੋਚ ਰਹੇ ਆ, ਜੋ ਕਹਿ ਰਹੇ ਆ, ਤੁਸੀਂ ਜੋ ਸੋਚ ਰਹੇ ਹੋ ਜੋ ਕਹਿ ਰਹੇ ਹੋ, ਉਹਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈ। ਉਹ ਵੀ ਵਿਅਕਤੀ ਜਿਹੜਾ ਜਿਹਦੀ ਮੈਂ ਗੱਲ ਕਰ ਰਿਹਾ, ਜਿਹੜਾ ਵਿਚਕਾਰ ਸੀਗਾ ਸਾਡੇ, ਤਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਇਲੈਕਸ਼ਨਸ ਤੋਂ ਬਾਅਦ 15 ਕੁ ਦਿਨ ਪਹਿਲਾਂ ਦੀ ਉਹ ਗੱਲ ਸੀ, ਕਿਤੇ ਇਕੱਠੇ ਹੋਏ ਸੀਗੇ ਵੀ ਆਹ ਚੋਣਾਂ ਚੱਲ ਰਹੀਆਂ, ਸਾਰੇ ਆਪੋ ਆਪਣੇ ਥਾਂ ਰੁੱਝੇ ਹੋਏ ਆ। ਦੀਪ ਸਿੱਧੂ ਹੁਣੀ ਵੀ ਜਿਵੇਂ ਪਿਛਲੇ ਦਿਨੀ ਬਿਜ਼ੀ ਸੀਗੇ, ਸਿਮਰਨਜੀਤ ਸਿੰਘ ਮਾਨ ਹੋਰੀ ਅਮਰਗੜ੍ਹ ਤੋਂ ਚੋਣ ਲੜ ਰਹੇ ਆ, ਉਸ ਪ੍ਰਚਾਰ 'ਚ ਬਿਜ਼ੀ ਸੀਗੇ, ਅਸੀਂ ਵੀ ਆਪੋ ਆਪਣੀਆਂ ਥਾਵਾਂ 'ਤੇ ਕਿਤੇ ਨਾ ਕਿਤੇ ਰੁੱਝੇ ਹੋਏ ਹਾਂ ਵੀ ਉਹ ਤੋਂ ਬਾਅਦ ਆਪਾਂ ਫੌਰੀ ਬੈਠਾਂਗੇ। ਅਤੇ ਉਹਨਾਂ ਮੈਨੂੰ ਇਹ ਗੱਲ ਕਹੀ ਸੀਗੀ ਕਿ ਦੀਪ ਸਿੱਧੂ ਹੋਏਗਾ, ਮੈਂ ਹੋਵਾਂਗਾ, ਅਤੇ ਇੱਕ ਉਹ ਸਿੰਘ ਹੋਣਗੇ ਵਿਚਕਾਰ ਜਿਨ੍ਹਾਂ ਨੇ ਉਹ ਗੱਲ ਕਰਨੀ ਸੀ। ਅਤੇ ਉਹਨਾਂ ਨੇ ਮਤਲਬ ਬੜਾ ਸੁਹਿਰਦ ਯਤਨ ਜਿਹੜਾ ਇਸ ਗੱਲ ਨੂੰ ਲੈ ਕੇ ਕੀਤਾ। ਮੈਂ ਤਾਂ ਇਸ ਗੱਲ ਹੀ ਰਾਜ਼ੀ ਸੀਗਾ ਹੀ। ਗੱਲਬਾਤ ਤਾਂ ਕਹਿੰਦੇ ਦੁਸ਼ਮਣ ਨਾਲ ਵੀ ਕਦੇ ਬੰਦ ਨਹੀਂ ਕਰਨੀ ਚਾਹੀਦੀ। ਦੀਪ ਸਿੱਧੂ ਤਾਂ ਸਾਡਾ ਭਰਾ ਸੀ ਅਤੇ ਸੱਜਣ ਸੀ, ਅਤੇ ਉਹਨਾਂ ਨੇ ਦੀਪ ਨਾਲ ਵੀ ਗੱਲ ਕੀਤੀ ਸੀਗੀ ਇਹ ਕਿ ਇੱਦਾਂ ਕਰਕੇ ਆਪਾਂ ਉਹਨਾਂ ਨਾਲ ਬੈਠਣਾ। ਤਾਂ ਇਹ ਗੱਲ ਤੈਅ ਸੀਗੀ, ਇਲੈਕਸ਼ਨਸ ਤੋਂ ਕੁਝ ਅਗਲੇ ਦਿਨਾਂ ਬਾਅਦ ਹੀ ਅਸੀਂ ਬੈਠਣਾ ਸੀਗਾ। ਅਤੇ ਮੈਨੂੰ ਇਸ ਗੱਲ ਦੀ ਪੂਰੀ ਮਤਲਬ ਮੈਨੂੰ ਉਮੀਦ ਸੀ, ਮੈਨੂੰ ਇਸ ਗੱਲ ਦਾ ਯਕੀਨ ਸੀ, ਮੈਨੂੰ ਤਸੱਲੀ ਸੀਗੀ, ਇਤਫਾਕ ਸੀਗਾ ਕਿ ਜਦੋਂ ਅਸੀਂ ਬੈਠਣਾ ਸੀਗਾ ਤਾਂ ਉਹ ਗੱਲਾਂ ਲਾਗੇ ਲੱਗ ਜਾਣੀਆਂ ਸੀਗੀਆਂ, ਬਹੁਤਾ ਅੰਤਰ ਨਹੀਂ ਸੀ। ਪਰ ਉਹ ਰੀਝ ਅਧੂਰੀ ਰਹਿ ਗਈ। ਉਸ ਬੈਠਣ ਤੋਂ ਪਹਿਲਾਂ, ਉਹ ਮਤਭੇਦਾਂ ਦੀ ਗੱਲ ਕਰਨ ਤੋਂ ਪਹਿਲਾਂ, ਉਹ ਲੜਾਈ ਲੜਨ ਦੇ ਢੰਗ ਤਰੀਕਿਆਂ ਨੂੰ ਮਿਟਾ ਕੇ ਇਕੱਠੇ ਹੋ ਕੇ ਤੁਰਨ ਦੀ ਜਿਹੜੀ ਗੱਲ ਹੋਣੀ ਸੀਗੀ, ਉਹ ਕਰਨ ਤੋਂ ਪਹਿਲਾਂ ਹੀ ਵਾਹਿਗੁਰੂ ਉਹਨੂੰ ਸਾਡੇ ਤੋਂ ਵਿਛੋੜ ਕੇ ਲੈ ਗਿਆ, ਅਤੇ ਬਹੁਤ ਵੱਡਾ ਘਾਟਾ ਪੈ ਗਿਆ ਸਾਨੂੰ। ਅਤੇ ਕਿਉਂਕਿ ਸਵਾਲ ਵਿਅਕਤੀ ਦਾ ਸਵਾਲ ਤਾਂ ਹੈਗਾ ਹੀ ਹੈ, ਮਨੁੱਖੀ ਜ਼ਿੰਦਗੀ ਦੀ ਅਹਿਮੀਅਤ ਹੈ, ਭਾਵੇਂ ਕੋਈ ਵੀ ਇਸ ਦੁਨੀਆ ਤੋਂ ਰੁਖਸਤ ਹੁੰਦਾ, ਹਰ ਮਨੁੱਖੀ ਜ਼ਿੰਦਗੀ ਦੀ ਅਹਿਮੀਅਤ ਹੈਗੀ ਹੈ। ਪਰ ਦੀਪ ਸਿੱਧੂ ਦੀ ਅਹਿਮੀਅਤ ਇੱਕ ਮਨੁੱਖੀ ਜ਼ਿੰਦਗੀ ਦੀ ਜਿੰਨੀ ਅਹਿਮੀਅਤ ਉਹ ਤਾਂ ਹੈਗੀ ਹੈ, ਉਹਦੇ 'ਚ ਤਾਂ ਕੋਈ ਦੋਹਰਾਵਾਂ ਹੀ ਨਹੀਂ ਹੈਗੀਆਂ। ਹਰ ਇਨਸਾਨੀ ਜ਼ਿੰਦਗੀ ਦੀ ਅਹਿਮੀਅਤ ਜਿੰਨੀ ਹੈ ਉਹ ਤਾਂ ਦੀਪ ਸਿੱਧੂ ਦੀ ਹੈਗੀ ਹੈ। ਪਰ ਉਸ ਤੋਂ ਇਲਾਵਾ ਉਹ ਇੱਕ ਫਿਲਮੀ ਅਦਾਕਾਰ ਸੀਗਾ, ਸਾਡੀ ਪੰਜਾਬੀ ਮਾਂ ਬੋਲੀ ਦੇ ਵਿੱਚ ਜਿਹੜਾ ਸਾਡਾ ਪੰਜਾਬੀ ਸਿਨੇਮਾ ਆ, ਉਹਦੇ ਵਿੱਚ ਅਦਾਕਾਰੀ ਕਰਨ ਵਾਲਾ, ਚੰਗੇ ਵਿਸ਼ਿਆਂ ਦੇ ਉੱਤੇ ਜੋਰਾ 10 ਨੰਬਰੀਆ 2 ਜਿਹੜੀਆਂ ਸਾਰੀਆਂ ਫਿਲਮਾਂ ਆਪਾਂ ਦੇਖੀਆਂ, ਉਹਦੇ ਵਿੱਚ ਚੰਗੇ ਉਹਨਾਂ ਨੇ ਸੋਸ਼ਲ ਇਸ਼ੂਜ਼ ਜਿਹੜੇ ਆ ਉਹ ਰੇਜ਼ ਕੀਤੇ ਉਹਨਾਂ ਫਿਲਮਾਂ ਦੇ ਵਿੱਚ, ਮਤਲਬ ਕਿ। ਔਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਦਾ, ਕਿਸਾਨੀ ਅੰਦੋਲਨ ਦੇ ਦੌਰਾਨ ਜਿਹੜਾ ਮਤਲਬ ਇਹ ਕਾਨੂੰਨ ਬਣੇ, ਉਹ ਕਾਨੂੰਨ ਜਿਹੜੇ ਹੈਗੇ ਆ ਉਹ ਕਿਸ ਸੰਵਿਧਾਨਕ ਸੰਕਟ ਦੀ ਪੈਦਾਵਾਰ ਹੈਗੇ ਆ ਨਾ। ਆਪਾਂ ਦੇਖਿਆ ਕਿ ਕਿਵੇਂ ਉਹ ਸਟੇਟਾਂ ਦਾ ਮਸਲਾ ਸੀਗਾ ਅਤੇ ਸੈਂਟਰ ਨੇ ਫੂਡ ਟਰੇਡ ਦੇ ਵਿੱਚ ਪਾ ਕੇ ਉਹ ਬਣਾ ਲਏ, ਅਤੇ ਉਹਦੇ ਉੱਤੇ ਉਹਨਾਂ ਨੇ ਗੱਲ ਕੀਤੀ ਕਿ ਕਿੱਦਾਂ ਜਿਹੜੀਆਂ ਤਾਕਤਾਂ ਨੇ ਉਹ ਜਿੱਥੇ ਇਕੱਠੀਆਂ ਹੋ ਗਈਆਂ ਜਾ ਕੇ, ਜਿਹੜੀਆਂ ਪਾਵਰਸ ਜਿਹੜੀਆਂ ਸਾਡੀਆਂ, ਜਦੋਂ ਸਾਡੇ ਕੋਲ ਹੈ ਹੀ ਨਹੀਂ, ਤਾਂ ਉਹਦੇ 'ਤੇ ਮਤਲਬ ਕਿ ਤੁਹਾਡੇ ਨਾਲ ਜ਼ਿਆਦਤੀ ਹੋਣੀ ਤੈਅ ਆ। ਤਾਂ ਉਹਨਾਂ ਨੇ ਕਿਸਾਨੀ ਮਤਲਬ ਜਿਹੜੇ ਖੇਤੀ ਕਾਨੂੰਨ ਸੀਗੇ ਉਹਨਾਂ ਦੇ ਉੱਤੇ ਗੱਲ ਜਿਹੜੀ ਕੀਤੀ, ਉਹਨਾਂ ਨੇ ਉਸ ਪਰਸਪੈਕਟਿਵ ਤੋਂ ਕੀਤੀ ਕਿ ਪਰਸਪੈਕਟਿਵ ਉਹ ਆ ਜਿਹੜਾ ਕੰਸਟੀਟਿਊਸ਼ਨਲ ਕ੍ਰਾਈਸਿਸ ਆ, ਜਿਹੜਾ ਮਤਲਬ ਕਿ ਇਨਬੈਲੈਂਸ ਆਫ ਪਾਵਰਸ ਦਾ ਜਿਹੜਾ ਕ੍ਰਾਈਸਿਸ ਆ, ਵੀ ਇਹ ਉਹਦੀ ਪੈਦਾਵਾਰ ਆ। ਵੀ ਜਿੰਨਾ ਚਿਰ ਤੱਕ ਤੁਸੀਂ ਇਹਨੂੰ ਐਡਰੈਸ ਨਹੀਂ ਹੁੰਦੇ, ਜਿੰਨਾ ਚਿਰ ਤੱਕ ਤੁਸੀਂ ਇਹਨੂੰ ਇੰਟਰੋਡਿਊਸ ਨਹੀਂ ਹੁੰਦੇ, ਉਹਨਾਂ ਚਿਰ ਤੱਕ ਇਹ ਮਸਲਿਆਂ ਦੀ ਜੜ ਤੱਕ ਤੁਸੀਂ ਨਹੀਂ ਜਾ ਪਾਓਗੇ। ਔਰ ਇਸ ਗੱਲ ਦੇ ਉੱਤੇ ਅਸੀਂ ਉਹਨਾਂ ਨਾਲ ਇਤਫਾਕ ਰੱਖਦੇ ਸੀਗੇ ਉਦੋਂ ਵੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਢੰਗ ਤਰੀਕਿਆਂ ਨੂੰ ਲੈ ਕੇ ਸਾਡਾ ਕੁਝ ਵਖਰੇਵਾਂ ਸੀ, ਇੱਥੇ ਅਸੀਂ ਵੀ ਇਤਫਾਕ ਰੱਖਦੇ, ਉਦੋਂ ਵੀ ਰੱਖਦੇ ਸੀ, ਹੁਣ ਵੀ ਰੱਖਦੇ ਹਾਂ ਅਤੇ ਅੱਗੇ ਵੀ ਰੱਖਦੇ ਰਹਾਂਗੇ। ਪ੍ਰਭਜੋਤ ਬਾਈ, ਇੱਕ ਨੈਰੇਟਿਵ ਇਹ ਵੀ ਚੱਲ ਰਿਹਾ ਕਿ ਦੀਪ ਸਿੱਧੂ ਟੂਲ ਸੀ, ਯੂਜ਼ ਕੀਤਾ ਅਤੇ ਖਤਮ ਕਰਤਾ। ਨਹੀਂ ਦੇਖੋ, ਇਹ ਜਿਹੜੀ ਗੱਲਾਂ ਹੁੰਦੀਆਂ ਨੇ ਕਹਿਣ ਵਾਲੀ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਰਾਂ ਨੇ ਜਦੋਂ
ਮਤਲਬ ਗੱਲ ਸ਼ੁਰੂ ਕੀਤੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੈ ਨਾ। ਅਨੰਦਪੁਰ ਸਾਹਿਬ ਦਾ ਮਤਾ ਵੈਸੇ ਅਕਾਲੀ ਦਲ ਲੈ ਕੇ ਆਇਆ ਸੀ, ਸ਼੍ਰੋਮਣੀ ਅਕਾਲੀ ਦਲ 1973 ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ ਉਹ ਜਿਹੜੀ ਸਾਰੀ ਲੜਾਈ ਚੱਲੀ ਤੇ ਮਤਲਬ ਅਨੰਦਪੁਰ ਸਾਹਿਬ ਦੇ ਮਤੇ ਤੇ ਐਮਰਜੈਂਸੀ ਆਉਂਦੀ ਹੈ, ਫਿਰ ਉਸ ਤੋਂ ਬਾਅਦ ਧਰਮ ਯੁੱਧ ਮੋਰਚਾ ਚੱਲਦਾ। ਇਹ ਚੀਜ਼ਾਂ ਤਾਂ ਜਿਹੜੀਆਂ ਦੇਖੋ ਐ ਹੁੰਦਾ ਕਿ ਜਦੋਂ ਵਿਰੋਧੀ ਹੁੰਦੇ ਆ, ਜਿਹੜੀ ਸਟੇਟ ਆ ਜਿਹੜੀ, ਉਹਨੇ ਆਪਣੇ ਸਾਰੇ ਨੈਰੇਟਿਵ ਚਲਾਉਣੇ ਹੁੰਦੇ ਆ। ਠੀਕ ਆ, ਸਭ ਤੋਂ ਪਹਿਲਾ ਨੈਰੇਟਿਵ ਹੁੰਦਾ ਕਿ ਬੰਦੇ ਨੂੰ ਡਰਾਓ। ਠੀਕ ਹੈ, ਜੇ ਡਰ ਕੇ ਬਹਿ ਜਾਵੇ ਤਾਂ ਡਨ। ਠੀਕ ਹੈ, ਡਰਾਉਣ ਤੋਂ ਬਾਅਦ ਫਿਰ ਉਹਨੂੰ ਮਤਲਬ ਕਿ ਲਾਲਚ ਦਿਓ। ਲਾਲਚ ਨਾਲ ਹੋ ਗਿਆ ਤਾਂ ਠੀਕ ਹੈ, ਜਿਵੇਂ ਆਪਾਂ ਸ਼ਾਮ ਦਾ ਦੰਡ ਭੇਦ ਕਹਿੰਦੇ ਆ। ਲਾਲਚ ਨਾਲ ਟਿਕ ਗਿਆ ਤਾਂ ਠੀਕ ਹੈ, ਜੇ ਲਾਲਚ ਨਾਲ ਨਹੀਂ ਟਿਕਦਾ ਫਿਰ ਉਹਨੂੰ ਬਦਨਾਮ ਕਰੋ। ਸਟੇਟ ਮਤਲਬ ਕਿ ਕਰਦੀ ਹੈ ਇਹ, ਮਤਲਬ ਕਿ ਉਹਦੀ ਪ੍ਰੈਕਟਿਸ ਹੈ ਇਹ, ਉਹ ਤੋਂ ਬਿਨਾਂ ਉਹ ਚੱਲ ਨਹੀਂ ਸਕਦੀ। ਖਾਸ ਕਰਕੇ ਜਿਹੜੀ ਮਤਲਬ ਕਿ ਕਹਿ ਲਓ ਵੀ ਅਨਿਆਂ ਤੇ ਖੜੀ ਹੋਈ ਸਟੇਟ ਹੁੰਦੀ, ਉਹਦੀ ਗੱਲ ਖਾਸ ਤੌਰ ਤੇ ਆਪਾਂ ਕਰ ਲਈਏ। ਤੇ ਜੇ ਉਹਦੇ ਨਾਲ ਵੀ ਨਹੀਂ ਕੰਮ ਚੱਲਦਾ ਬਦਨਾਮ ਕਰਕੇ, ਤੇ ਫਿਰ ਉਹਨੂੰ ਮਾਰ ਦਿਓ। ਠੀਕ ਹੈ, ਇਹ ਸਾਰਾ ਕੁਝ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਉਹਦੇ ਨਾਲ ਵੀ, ਉਹਨਾਂ ਦੇ ਜੀਵਨ ਕਾਲ 'ਚੋਂ ਵੀ ਦੇਖ ਸਕਦੇ ਆ। ਤੇ ਉਹਨਾਂ ਨੂੰ ਪਹਿਲਾਂ ਮਤਲਬ ਕਿ ਬਦਨਾਮ ਕਰਨ ਦੀ, ਪਹਿਲਾਂ ਉਹਨਾਂ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੋਊਗੀ, ਕਿਹੜਾ ਨਹੀਂ ਹੈਗਾ, ਨਹੀਂ ਕੀਤੀ ਗਈ ਹੋਊਗੀ। ਠੀਕ ਹੈ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਕਿ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਗਈ ਹੋਊਗੀ, ਫਿਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹ ਕਹਿ ਕੇ ਉਹ ਕਾਂਗਰਸ ਦਾ ਏਜੰਟ ਹੈ, ਕਹਿੰਦੇ ਰਹੇ ਲੋਕ, ਹੁਣ ਵੀ ਕਹਿੰਦੇ ਆ ਬਹੁਤ ਸਾਰੇ ਲੋਕ। ਤੇ ਫਿਰ ਉਸ ਤੋਂ ਬਾਅਦ ਕਿਸੇ ਤਰੀਕੇ ਨਾਲ ਉਹਨਾਂ ਨੂੰ ਮੁਕਾ ਦਿੱਤਾ ਗਿਆ, ਹੈ ਨਾ। ਜੋ ਵੀ ਕਹਿ ਕੇ ਕੀਤਾ, ਸਟੇਟ ਨੇ ਜੋ ਨੈਰੇਟਿਵ ਸਿਰਜਿਆ ਆਪਾਂ ਦੇਖਿਆ ਹੀ ਹੈ। ਇਸੇ ਤਰ੍ਹਾਂ ਹੀ ਇਹਨਾਂ ਵਾਲਾ ਮਾਮਲਾ ਵੀ ਇਦਾਂ ਹੀ ਹੈ, ਹੈ ਨਾ। ਵੱਡੀ ਗੱਲ ਇਹ ਹੈ ਕਿ ਹੁਣ ਨੌਜਵਾਨ ਬਹੁਤ ਨੇ, ਅੱਜ ਬਹੁਤ ਇਕੱਠੇ ਹੋਏ ਸੀਗੇ, ਹੁਣ ਮਤਲਬ ਡਰ ਦਾ ਕੋਈ ਆਵਾਜ਼ ਹੀ ਨਾ ਚੱਕੇ। ਨਹੀਂ, ਗੱਲ ਇਹ ਹੈ ਨਾ ਵੀ ਦੇਖੋ, ਸਵਾਲ ਤਾਂ ਇਸ ਗੱਲ ਦਾ ਆ ਕਿ ਜਿਹੜੀ ਗੱਲ ਉਹ ਕਰ ਰਹੇ ਸੀਗੇ, ਪੰਥ ਦੀ ਜਿਹੜੀ ਗੱਲ ਉਹਨਾਂ ਨੇ ਕੀਤੀ, ਕੌਮ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਠੀਕ ਹੈ, ਪੰਜਾਬ ਦੇ ਮਸਲਿਆਂ ਮੁੱਦਿਆਂ ਦੀ ਜਿਹੜੀ ਗੱਲ ਕੀਤੀ ਹੈ, ਪੰਜਾਬ ਦੀ ਹੋਂਦ ਦੀ ਜਿਹੜੀ ਗੱਲ ਕੀਤੀ ਹੈ, ਉਹ ਜਿਹੜੀ ਗੱਲ ਪੰਜਾਬ ਦੀ ਸੀਗੀ, ਕੌਮ ਦੀ ਗੱਲ ਸੀਗੀ ਉਹ, ਹੈ ਨਾ। ਉਹਨੂੰ ਤਸਲੀਮ ਕੀਤਾ ਕੌਮ ਨੇ, ਲੋਕਾਂ ਨੇ, ਪੰਜਾਬੀਆਂ ਨੇ, ਪੰਥ ਦਰਦੀਆਂ ਨੇ, ਔਰ ਉਹਨੂੰ ਤਸਲੀਮ ਕਰਨ ਦਾ ਸਬੂਤ ਸੀਗਾ ਅੱਜ। ਜਿਵੇਂ ਗਿੱਲ ਹੋਰਾਂ ਨੇ ਕਿਹਾ ਕਿ ਇੰਨਾ ਵੱਡਾ ਇਕੱਠ ਮੈਂ ਵੀ ਨਹੀਂ ਦੇਖਿਆ ਸਾਡੇ, ਮਤਲਬ ਕਿ ਅਸੀਂ ਸੁਣਿਆ, ਮੈਂ ਜਨਰਲ ਲਾਭ ਸਿੰਘ ਹੋਰਾਂ ਦਾ ਜਦੋਂ ਮਤਲਬ ਸੰਸਕਾਰ ਸੀਗਾ, ਉਦੋਂ 50,000 ਬੰਦੇ ਦਾ ਇਕੱਠ ਸੀਗਾ। ਮੈਂ ਮਤਲਬ ਕਿ ਕਿਤਾਬਾਂ 'ਚ ਪੜ੍ਹਿਆ ਜਾਂ ਸੁਣਿਆ। ਤੇ ਮਤਲਬ ਦੀਪ ਸਿੱਧੂ ਹੋਰਾਂ ਦਾ ਅੱਜ ਸੰਸਕਾਰ ਸੀਗਾ, ਤੁਸੀਂ ਦੇਖੋ ਵੀ ਕੁਛ ਚੰਦ ਘੰਟਿਆਂ ਦੇ ਵਿੱਚ ਹੀ ਮਤਲਬ ਕਿ ਰਾਤ ਉਹਨਾਂ ਦੀ ਡੈਥ ਹੁੰਦੀ ਹੈ, ਦਿਨੇ ਇੱਥੇ ਮਤਲਬ ਕਿ ਸ਼ਾਮ ਨੂੰ 4 ਵਜੇ ਇੱਥੇ ਬਾਡੀ ਆਉਂਦੀ ਹੈ। ਤੇ ਮਤਲਬ ਕਿ ਬੇਸ਼ੁਮਾਰ ਇਕੱਠ ਸੀ, ਗਿਣਤੀ ਤੋਂ ਬਾਹਰ ਸੀਗੀ ਸਾਰੀ ਗੱਲ। ਤਾਂ ਜਿਹੜੇ ਉਹ ਮਸਲੇ ਤੇ ਮੁੱਦੇ, ਦੇਖੋ ਅਦਾਕਾਰ ਸੀਗਾ ਉਹ, ਠੀਕ ਹੈ, ਅਦਾਕਾਰ ਕਰਕੇ ਲੋਕ ਉਹਨੂੰ ਪਹਿਲਾਂ ਜਾਣਦੇ ਸੀਗੇ, ਉਹ ਐਡਵੋਕੇਟ ਸੀਗਾ, ਉਹਦੀ ਗੱਲ ਜਿਹੜੀ ਉਹਦੇ ਚਿਹਰੇ ਦੀ ਇੱਕ ਖਿੱਚ ਸੀਗੀ, ਤਾਂ ਕਰਕੇ ਉਹ ਸਾਰੀਆਂ ਗੱਲਾਂ ਉਹ ਫੈਕਟਰਸ ਹੈਗੇ ਆ। ਪਰ ਜਿਹੜੀ ਬੁਨਿਆਦੀ ਗੱਲ ਇਹ ਆ ਕਿ ਜਿਹੜਾ ਪੰਥਕ ਸਿਧਾਂਤ ਆ, ਜਿਹੜੇ ਪੰਜਾਬ ਦੇ ਮਸਲੇ ਨੇ, ਪੰਜਾਬ ਦੀ ਹੋਂਦ ਦਾ ਜਿਹੜਾ ਮਸਲਾ, ਗੁਰੂ ਨਾਨਕ ਦੇ ਫਲਸਫੇ ਦਾ ਜਿਹੜਾ ਮਸਲਾ ਆ, ਉਹ ਸਾਰੇ ਫਲਸਫੇ ਨੂੰ, ਪੰਜਾਬ ਦੇ ਮੁੱਦਿਆਂ ਤੇ ਮਸਲਿਆਂ ਨੂੰ, ਉਸ ਹੋਂਦ ਦੀ ਗੱਲ ਨੂੰ ਪੰਥਕ ਸਿਧਾਂਤ ਤੋਂ ਬਿਨਾਂ ਰਿਪਰੈਜ਼ੈਂਟ ਨਹੀਂ ਕੀਤਾ ਜਾ ਸਕਦਾ। ਇਹ ਗੱਲ ਜਿਹੜੀ ਹੈਗੀ ਹੈ, ਗੱਲ ਕਰ ਰਹੇ ਸੀ ਲੋਕ ਪਹਿਲਾਂ, ਇਹ ਨਹੀਂ ਗੱਲ ਵੀ ਉਹ ਪਹਿਲਾਂ ਹੈ ਨਹੀਂ ਸੀ ਗੱਲ, ਪਰ ਜਿਸ ਢੰਗ ਨਾਲ ਦੀਪ ਸਿੱਧੂ ਹੋਰਾਂ ਨੇ ਗੱਲ ਨੂੰ ਉਠਾਇਆ, ਔਰ ਉਹਨਾਂ ਦੇ ਉਠਾਉਣ ਤੋਂ ਬਾਅਦ ਯੂਥ ਜਿਹੜਾ ਹੈਗਾ ਉਹ ਇਸ ਗੱਲ ਨੂੰ ਸੁਣਨ ਲੱਗਾ, ਸਮਝਣ ਲੱਗਾ ਤੇ ਵਾਚਣ ਲੱਗਾ ਤੇ ਇਹਦੇ ਉੱਤੇ ਖੜਨ ਦੀ ਕੋਸ਼ਿਸ਼ ਕਰਨ ਲੱਗਾ। ਇਹ ਇਸ ਤੋਂ ਪਹਿਲਾਂ ਨਹੀਂ ਸੀਗਾ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ ਤਾਂ। ਪਿਛਲੇ 1.5 ਸਾਲ ਤੋਂ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਮਤਲਬ ਕਿ ਨੌਜਵਾਨ ਸਫਾਂ ਦੇ ਵਿੱਚ ਇਹ ਗੱਲਾਂ, ਪੰਥਕ ਸਿਧਾਂਤ ਦੀਆਂ ਗੱਲਾਂ, ਪੰਜਾਬ ਦੀ ਹੋਂਦ ਦੀਆਂ ਗੱਲਾਂ, ਪੰਜਾਬ ਦੇ ਅਧਿਕਾਰਾਂ ਦੀਆਂ ਗੱਲਾਂ, ਫੈਡਰਲਿਜ਼ਮ ਦੀਆਂ ਗੱਲਾਂ, ਇਹ ਹੋਣ ਲੱਗੀਆਂ। ਇਹ ਉਸ ਤੋਂ ਬਾਅਦ ਫਿਜ਼ਾ ਦੇ ਵਿੱਚ ਗੂੰਜਣ ਲੱਗੀਆਂ। ਤੇ ਜੇ ਇਹ ਮਹਿਰਾ ਮੰਨਣਾ ਨਿੱਜੀ ਤੌਰ ਤੇ ਇਹ ਆ ਕਿ ਜੇ ਇਹ ਗੱਲਾਂ ਹੋਣ ਲੱਗੀਆਂ ਆ, ਪਿਛਲੇ 1.5 ਸਾਲ ਤੋਂ ਨੌਜਵਾਨ ਇਹ ਗੱਲਾਂ ਸੁਣਨ ਲੱਗਾ, ਸਮਝਣ ਲੱਗਾ ਆ ਤੇ ਉਹਨਾਂ ਦੇ ਉੱਤੇ ਖੜਨ ਦੀ ਕੋਸ਼ਿਸ਼ ਕਰਨ ਲੱਗਾ, ਤਾਂ ਇਹਦੇ 'ਚ ਮੈਂ ਸਮਝਦਾ ਕਿ 90% ਰੋਲ, ਵੱਡਾ ਰੋਲ ਜਿਹੜਾ ਉਹ ਦੀਪ ਸਿੱਧੂ ਹੋਰਾਂ ਦਾ ਹੈਗਾ। ਔਰ ਉਸ ਰੋਲ ਦੀ ਵਜ੍ਹਾ ਕਰਕੇ ਹੀ ਅੱਜ ਇੱਥੇ ਤੁਹਾਨੂੰ ਐਡਾ ਵੱਡਾ ਇਕੱਠ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ। ਲੋਕ ਰੁੱਖਾਂ 'ਤੇ ਚੜ੍ਹੇ ਹੋਏ ਸੀ, ਲੋਕ ਕੰਧਾਂ 'ਤੇ ਚੜ੍ਹੇ ਹੋਏ ਸੀਗੇ, ਕੋਠਿਆਂ 'ਤੇ ਚੜ੍ਹੇ ਹੋਏ ਸੀਗੇ। ਪਰ ਉਹ ਜਿਹੜੀ ਚਿਣਗ ਲੱਗੀ ਸੀ, ਉਹਨੂੰ ਭਾਂਬੜ ਤੱਕ, ਅੰਜਾਮ ਤੱਕ ਕਿਵੇਂ ਪਹੁੰਚਾਇਆ ਜਾ ਸਕਦਾ? ਦੀਪ ਸਿੱਧੂ ਤਾਂ ਚਲੇ ਗਏ ਨੇ। ਦੇਖੋ ਉਹ ਕਹਿੰਦੇ ਵੀ ਹਵਾ ਮੇ ਰਹੇਗੀ ਮੇਰੇ ਖਿਆਲ ਕੀ ਬਿਜਲੀਆਂ, ਜਾਂ ਮੁਸ਼ਤ ਖਾ ਕੇ ਫਾਨੀ ਰਹੇ ਨਾ ਰਹੇ, ਨਾ ਭਗਤ ਸਿੰਘ ਹੋਰਾਂ ਨੇ ਕਿਹਾ ਸੀਗਾ। ਭਗਤ ਸਿੰਘ ਨੂੰ ਵੀ ਤਾਂ ਫਾਹੇ ਲਾ ਹੀ ਦਿੱਤਾ ਸੀਗਾ ਉਹਨਾਂ ਨੇ, ਠੀਕ ਹੈ ਨਾ। ਤੇ ਸਰਦਾਰ ਊਧਮ ਸਿੰਘ ਹੋਰਾਂ ਨੂੰ ਫਾਹੇ ਲਾਇਆ, ਕਰਤਾਰ ਸਿੰਘ ਸਰਾਭੇ ਹੋਰਾਂ ਨੂੰ ਫਾਹੇ ਲਾਇਆ। ਉਸ ਤੋਂ ਪਹਿਲਾਂ ਸਾਡੀਆਂ ਕੁਰਬਾਨੀਆਂ ਦਾ ਬੜਾ ਵੱਡਾ ਇਤਿਹਾਸ ਹੈ। ਉਹ ਜਿਹੜੀ ਮਤਲਬ ਕਿ ਸੋਚ ਆ, ਗੁਰੂ ਅਰਜਨ ਦੇਵ ਹੋਰਾਂ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ ਗਿਆ ਸੀਗਾ, ਠੀਕ ਹੈ। ਤੇ ਚਲੋ ਮਤਲਬ ਮੈਂ ਕਿ ਗੁਰੂ ਅਰਜਨ ਦੇਵ ਸਾਹਿਬ ਹੋਰਾਂ ਨਾਲ ਜਾਂ ਬਾਕੀ ਸਾਰੇ ਜਿਨ੍ਹਾਂ ਦੇ ਮੈਂ ਨਾਂ ਲਏ ਆ, ਮੈਂ ਨਹੀਂ ਕਹਿੰਦਾ ਕਿ ਦੀਪ ਸਿੱਧੂ ਮਤਲਬ ਕਿ ਮੈਂ ਉਹਨਾਂ ਦੀ ਨਾਲ ਉਹਨਾਂ ਦੇ ਬਰਾਬਰ ਮਤਲਬ ਕਿ ਉਹਨਾਂ ਨੂੰ ਤੋਲ ਕੇ ਗੱਲ ਕਰ ਰਿਹਾ, ਇੱਦਾਂ ਦੀ ਗੱਲ ਨਹੀਂ ਹੈਗੀ, ਠੀਕ ਹੈ। ਉਹਨਾਂ ਦੀ ਜਿਹੜੀ ਕੁਰਬਾਨੀ ਆ, ਜਿਹੜਾ ਉਹਨਾਂ ਦਾ ਰੁਤਬਾ, ਉਹਨਾਂ ਦਾ ਜਿਹੜਾ ਮਤਲਬ ਕਿ ਸਤਿਕਾਰ ਹੈ, ਜਿਹੜਾ ਸ਼ਰਧਾ ਹੈ ਜਿਹੜੀ ਸੰਗਤ ਦੀ, ਉਹਨਾਂ ਦੀ ਮਨ ਦੇ ਵਿੱਚ ਜੋ ਉਹਨਾਂ ਨੇ ਮਤਲਬ ਕਿ ਵੀ ਕਾਰਜ ਕੀਤੇ ਉੱਦਾਂ ਦੀ ਹੈ। ਤੇ ਜੋ ਦੀਪ ਸਿੱਧੂ ਹੋਰਾਂ ਨੇ ਕੀਤਾ, ਜਿਵੇਂ ਮੈਂ ਸੋਚ ਦੇ ਪੱਖ ਤੋਂ ਮੈਂ ਤਾਂ ਇਹ ਕਰਕੇ ਮਿਸਾਲ ਦਿੱਤੀ ਹੈ ਕਿ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਹੋਰਾਂ ਦੀ ਸੋਚ ਸੀਗੀ, ਉਹਨਾਂ ਦੇ ਜਹਾਨ ਤੋਂ ਰੁਖਸਤ ਹੋਣ ਨਾਲ ਨਹੀਂ ਮੁੱਕੀ। ਗੁਰੂ ਤੇਗ ਬਹਾਦਰ ਸਾਹਿਬ ਹੋਰਾਂ ਦਾ ਜਿਹੜਾ ਸਿਧਾਂਤ ਸੀਗਾ, ਭੈ ਕਾਹੂ ਕੋ ਦੇਤ ਨਾ ਪੈ ਮਾਨਤਾਨ ਵਾਲੀ ਜਿਹੜੀ ਗੱਲ ਸੀ, ਉਹ ਵੀ ਨਹੀਂ ਮੁੱਕੀ। ਉਸ ਤੋਂ ਬਾਅਦ ਸ਼ਹਾਦਤਾਂ ਹੋਈਆਂ, ਉਹ ਚੀਜ਼ਾਂ ਨਹੀਂ ਮੁੱਕੀਆਂ। ਜਾਂ ਜਿਹੜੀ ਉਸ ਤੋਂ ਬਾਅਦ ਜਿਹੜਾ ਸਾਡਾ ਹੁਣ ਤੱਕ ਦਾ ਸਾਰਾ ਸੰਘਰਸ਼ ਹੈ,
ਜਾਂ ਪਿੱਛੇ ਮਤਲਬ ਕਿ ਜਿਹੜੀ ਹੈਗੀ ਆ ਉਹ ਇੱਕ ਸੰਘਰਸ਼ ਜਿਹੜਾ ਪੰਥਕ ਸੰਘਰਸ਼ ਕਹਿ ਲਈਏ, ਆਪਾਂ ਨੂੰ ਖਾੜਕੂ ਸੰਘਰਸ਼ ਕਹਿ ਲਈਏ, ਉਹ ਦੇਖ ਲਓ, ਜਾਂ ਕਿਸਾਨੀ ਅੰਦੋਲਨ ਦੇ ਵਿੱਚੋਂ ਦੀ ਹੁਣ ਆਪਾਂ ਲੜ ਕੇ ਆਏ ਹਾਂ, ਉੱਥੇ ਸ਼ਹੀਦ ਨਵਰੀਤ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹ ਕੁਰਬਾਨੀਆਂ ਦੇ ਗਏ। ਪਰ ਜਿਹੜੀ ਉਹ ਗੱਲ ਹੈ ਕਿ ਜ਼ੁਲਮ ਦੇ ਖਿਲਾਫ ਡਟਣ ਦੀ, ਲੜਨ ਦੀ, ਉਹ ਤਾਂ ਨਹੀਂ ਨਾ ਮੁੱਕੀ। ਤਾਂ ਇਸੇ ਤਰ੍ਹਾਂ ਦੀਪ ਸਿੱਧੂ ਹੋਰਾਂ ਦੇ ਜਾਣ ਦਾ ਸ਼ਖਸੀ ਤੌਰ ਤੇ, ਵਿਅਕਤੀਗਤ ਤੌਰ ਤੇ ਸਾਨੂੰ ਨੁਕਸਾਨ ਤਾਂ ਹੈ ਜ਼ਰੂਰ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਜਿਹੜੇ ਕੰਮ ਵਿਅਕਤੀ ਨੇ ਕਰਨੇ ਹੁੰਦੇ ਨੇ ਉਹ ਵਿਅਕਤੀ ਨਹੀਂ ਕਰਨੇ ਹੁੰਦੇ ਨੇ। ਪਰ ਇੱਕ ਜ਼ਰੂਰ ਹੁੰਦੀ ਹੈ ਗੱਲ ਕਿ ਕਈ ਵਾਰ ਵਿਅਕਤੀ ਦੇ ਜਾਣ ਨਾਲ, ਉਹਦੇ ਸ਼ਹਾਦਤ ਦੇ ਜਾਣ ਨਾਲ, ਜਾਂ ਉਹਦੇ ਕੁਰਬਾਨ ਹੋ ਜਾਣ ਨਾਲ, ਦੇਖੋ ਸ਼ਹਾਦਤ ਮੈਂ ਤਾਂ ਕਹਿ ਰਿਹਾ ਵੀ ਜੇ ਤਾਂ ਗੱਲ ਹੈਗੀ ਆ ਇਹ ਐਨ ਐਕਸੀਡੈਂਟ, ਇਹ ਹੁਣ ਇੱਥੇ ਇੱਕ ਭੰਬਲ ਭੁੱਸਾ ਆ। ਵੈਸੇ ਲੱਗ ਇਹ ਰਿਹਾ ਹੁਣ ਤੱਕ, ਕੱਲ੍ਹ ਤੋਂ ਲੈ ਕੇ ਹੁਣ ਤੱਕ ਜਿੰਨਾ ਕੁਛ ਸੁਣਿਆ ਦੇਖਿਆ ਟੀਵੀ ਚੈਨਲਸ ਦੇ ਉੱਤੇ, ਵੀ ਇਹ ਇੱਕ ਸਾਜ਼ਿਸ਼ ਆ ਤੇ ਉਹਦਾ ਮਰਡਰ ਹੋਇਆ। ਜੇ ਦੀਪ ਸਿੱਧੂ ਦਾ ਮਰਡਰ ਹੋਇਆ, ਜੇ ਤਾਂ ਕੁਦਰਤੀ ਐਕਸੀਡੈਂਟ ਹੈ ਫਿਰ ਤਾਂ ਨਹੀਂ, ਤੇ ਜੇ ਮਤਲਬ ਕਿ ਵੀ ਸਾਜ਼ਿਸ਼ ਨਾਲ ਹੋਇਆ ਤਾਂ ਫਿਰ ਮਰਡਰ ਆ, ਤੇ ਮਰਡਰ ਆ ਤਾਂ ਫਿਰ ਉਹ ਇੱਕ ਸ਼ਹੀਦ ਆ ਸਾਡਾ। ਤਾਂ ਜਿਹੜੀ ਉਹ ਸ਼ਹਾਦਤਾਂ ਹੁੰਦੀਆਂ ਕਈ ਵਾਰੀ ਵਿਅਕਤੀ ਦੇ ਆਪ ਜਿਉਂਦੇ ਰਹਿਣ ਨਾਲ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਨੇ ਕਾਰਜ ਨਹੀਂ ਉਹ ਸੰਪੰਨ ਕਰ ਪਾਉਂਦੀਆਂ, ਉਨੀ ਚਿਣਕ ਨਹੀਂ ਲਾ ਪਾਉਂਦੇ ਜਿੰਨੀ ਉਹਦੀ ਸ਼ਹਾਦਤ ਲਾ ਦਿੰਦੀ ਹੈ। ਤਾਂ ਹੁਣ ਤਾਂ ਜਦੋਂ ਦੀਪ ਸਿੱਧੂ ਚਲੇ ਹੀ ਗਏ ਆ ਸਾਡੇ ਵਿੱਚੋਂ, ਠੀਕ ਹੈ, ਹੋ ਸਕਦਾ ਉਹਨਾਂ ਦੀ ਜਿਹੜੀ ਮਤਲਬ ਇਸ ਜਹਾਨ ਨੂੰ ਅਲਵਿਦਾ ਕਹਿ ਜਾਣਾ ਜਿਹੜਾ ਹੈਗਾ ਉਹ ਇੱਕ ਚਿਣਗੀ ਲਾ ਦੇਵੇ, ਹੈ ਨਾ। ਜੇ ਉਹਨਾਂ ਦੀ ਸ਼ਹਾਦਤ ਜਿਹੜੀ ਹੈਗੀ ਹੈ ਉਹ ਵੱਡੇ ਮਤਲਬ ਕਿ ਜਿਹੜੇ ਸਿੱਟੇ ਨੇ ਜਿਹੜੇ ਉਹ ਸਾਹਮਣੇ ਲਿਆ ਆਵੇ, ਉਹਦੇ ਨਾਲ ਮਤਲਬ ਕਿ ਯੂਥ ਨੂੰ ਵਾਕਈ ਇਹ ਗੱਲ ਮਹਿਸੂਸ ਹੋਣ ਲੱਗ ਜਾਵੇ ਕਿ ਜੇ ਵਾਕਈ ਦੀਪ ਸਿੱਧੂ ਹੋਰੀ ਜਿਹੜੀਆਂ ਗੱਲਾਂ ਕਰ ਰਹੇ ਸੀਗੇ, ਜੇ ਉਹ ਉਹਨਾਂ 'ਤੇ ਖੜਦੇ ਆ, ਸੋਚਦੇ ਆ, ਉਹਨਾਂ ਨੂੰ ਸੁਣਨ ਤੇ ਸਮਝ, ਉਹਨਾਂ ਨੇ ਉਹਨਾਂ ਨੂੰ ਸੁਣਨ ਦੀ ਸੁਣਿਆ, ਸਮਝਣ ਦੀ ਕੋਸ਼ਿਸ਼ ਕੀਤੀ, ਉਹਦੇ 'ਤੇ ਖੜਨ ਦੀ ਕੋਸ਼ਿਸ਼ ਕੀਤੀ ਹੈ, ਤੇ ਜੇ ਤਾਂ ਕਰਕੇ ਅੱਜ ਉਹ ਇੱਥੇ ਉਹਨੂੰ ਤਸਲੀਮ ਕਰਨ ਆਇਆ, ਉਹਨੂੰ ਆਪਣਾ ਨਾਇਕ ਤਸਲੀਮ ਕਰਨ ਆਇਆ, ਉਹਨੂੰ ਆਪਣਾ ਆਈਕਨ ਤਸਲੀਮ ਕਰਨ ਆਇਆ, ਹੈ ਨਾ, ਆਪਣਾ ਹੀਰੋ ਤਸਲੀਮ ਕਰਨ ਆਇਆ। ਤਾਂ ਫਿਰ ਹੋ ਸਕਦਾ ਵੀ ਨੌਜਵਾਨਾਂ ਨੂੰ ਇਹ ਗੱਲ ਲੱਗੇ ਵੀ ਜਿਹੜੀ ਗੱਲ ਉਹ ਕਰਦਾ ਸੀਗਾ ਉਹ ਕਾਰਜ ਤਾਂ ਫਿਰ ਅਧੂਰਾ ਪਿਆ, ਤੇ ਉਸ ਤੋਂ ਬਾਅਦ ਨੌਜਵਾਨ ਉਸ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕਰਨ, ਤੇ ਸਾਨੂੰ ਉਮੀਦ ਵੀ ਮਾਸ਼ਾਅੱਲਾ ਇਹੀ ਕਰਨੀ ਚਾਹੀਦੀ ਹੈ।